पर मैं कहता सी भी गुरु घर की आवाज़ है। देखो तुसीं की होया कि 6 महीने तख्ता पलट हो तख्ता पलट होने तो बाद नवजोत सिंह सिद्धू जी प्रधान बन के आ गया। प्रधान बन के आया तो इन्होंने मिर्चा लगन लग गई चोरों के डाकुआं के। जिहड़ा बंदा चोर हुंदा ना, डाकू हुंदा, ठग हुंदा है, जिहने जिंदगी दे विच पाप कीते हुंदे ने, वो हमेशा ही खुदा तो, खुदा दे बंदियां तो डरदा। सब तो माड़ी ते जिहड़ी सब तो गिरी हुई हरकत है वो ये है कि असीं चेता बेचण लग गए। लख लाणत अपने पंजाबियों ते। मैं उन्होंने पूछना चाहना, तुसीं अपने हत्थी अपने बच्चे मार देना चाहते? तुसीं अपने हत्थी अपनी जवानी खत्म कर देना चाहते हो? तुसीं कदे सोचिया कि जिहड़ा पाप तुसीं कर रहे हो ये जाके थोड़े भी बच्चों ते, थोड़े भी घर गिरना? कप्तान बदलिया गया, उस तो बाद कप्तान बन गया चन्नी, ते साडा मुख कप्तान हैगा साडा प्रधान। ਤੁਹਾਨੂੰ पता होना चाहिए कि प्रेजिडेंट हुंदा की है। ਜਿਹੜਾ प्रधान पार्टी का हुंदा है, पता नहीं इन्होंने संविधान पढ़िया कि नहीं पढ़िया संविधान। मैं तो ये जानता कि ਜਿਹੜਾ प्रेजिडेंट है उही CM है। ਇੱਦਾਂ ਹੀ ਹੁੰਦਾ ਆ। प्रताप सिंह कायरों तो लैके सरदार बेअंत सिंह तो लैके दरबारा सिंह तो लैके जिन्ने भी CM आए, जो प्रेजिडेंट सीगे तो ਆਟੋਮੈਟਿਕਲੀ ਉਹ CM ਸੀਗੇ। ਇਹ ਹੋਰ ਗੱਲ ਹੈ ਵੀ ਪਾਰਟੀ CM ਕਿਹਨੂੰ ਲੱਗੀ। ਜਦ ਘਰ ਦਾ ਪਿਓ ਹੀ ਡਾਕੂ ਬਣ ਜੇ ਨਾ, ਜਦ ਘਰ ਦਾ ਵੱਡ ਵਡੇਰਾ ਹੀ ਜਿਹੜਾ ਹੈਗਾ ਆਪਣੇ ਘਰ ਨੂੰ ਲੁੱਟਣ ਲੱਗ ਜੇ, ਤੇ ਜਦ ਸਤਿਕਾਰਯੋਗ ਗੁਰੂਆਂ ਦੇ ਬਣਾਏ ਹੋਏ ਜਿਹੜੇ ਸਿੰਘ ਨੇ, ਸੋ ਕਾਲਡ ਸਿੱਖ, ਉਹੀ ਆਪਣੇ ਗੁਰੂ ਨੂੰ ਬੇਅਦਬੀ ਆਪਣੇ ਗੁਰੂ ਦੀ ਕਰਨ ਲੱਗ ਜਾਣ, ਤਾਂ ਮੈਨੂੰ ਦੱਸੋ ਫਿਰ ਬਾਹਰਲਿਆਂ ਤੋਂ ਆਪਾਂ ਕੀ ਬੁਲਾ ਕੇ ਉਮੀਦ ਰੱਖ ਸਕਦੇ? ਜਿਹੜੀਆਂ ਰਾਜਨੀਤਿਕ ਲੋਕਾਂ ਦੀ ਕ੍ਰੈਡੀਬਿਲਿਟੀ ਖਤਮ ਹੁੰਦੀ ਜਾ ਰਹੀ ਆ। ਅੱਜ ਇਹ ਪਾਰਟੀ 'ਚ ਨੇ, ਕੱਲ੍ਹ ਨੂੰ ਬੀਜ ਪਾਸੋਂ ਫਿਰ ਇਹ 'ਚ ਆ ਜਾਂਦੇ ਸੀ। ਖਤਮ ਹੁੰਦੀ ਜਾ ਰਹੀ ਹੈ, खत्म हो चुकी है, गर्क हो चुकी है। इंसानों तो जानवरों तो बदतर हो चुके ने, मर चुके ने, लाशा ने। सिर्फ जेड़ा मंत्री, जेड़ा CM, जेड़ा MLA हुण काम नहीं करूगा ना, या जेड़ा अफसर काम नहीं करूगा, तो पता ही होया करना 50,000 ਲੱਖ ਬੰਦੇ ਦਾ ना घरा होया कर कट्ठ छत्र हो उन्होंने हथ च वरिया करूगा हरेक दे, ते पैन आप ही चलिया करूगा। मैं हरप्रीत सिंह जसोवाल, तुसीं वेख रहे हो पंजाब केसरी जगबाणी TV। ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਲਗਾਤਾਰ ਇੱਕ ਦੂਸਰੇ ਦੇ ਉੱਪਰ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਜਾਰੀ ਆ, ਜਿਸ ਨੂੰ ਲੈ ਕੇ ਪੰਜਾਬ ਦੀ ਜਨਤਾ ਬਿਲਕੁਲ ਸੱਸੋ ਪੰਜ ਦੇ ਵਿੱਚ ਚੱਲ ਰਹੀ ਆ ਕਿ ਹਾਲਾਤ ਕੀ ਬਣਦੇ ਜਾ ਰਹੇ ਨੇ। ਲੇਕਿਨ ਕਈ ਅਜਿਹੇ ਥੰਮ ਨੇ, ਕਈ ਅਜਿਹੇ ਲੋਕ ਨੇ ਜੋ ਕਹਿਣੀ ਅਤੇ ਕਰਨੀ ਦੇ ਇੱਕ ਨੇ। ਜੋ ਕਹਿੰਦੇ ਨੇ ਉਹੀ ਕਰਦੇ ਨੇ, ਜਿੱਥੇ ਕਹਿੰਦੇ ਨੇ ਉੱਥੇ ਖੜ੍ਹਦੇ ਨੇ। ਸਾਡੇ ਨਾਲ ਸਰਦਾਰ ਜੋਗਰਾਜ ਸਿੰਘ ਨੇ, ਜਿਨ੍ਹਾਂ ਨੂੰ ਤੁਸੀਂ ਬੜੀ ਭਲੀ ਭਾਂਤੀ ਜਾਣਦੇ ਹੋ, ਕਿਸੇ ਇੰਟਰੋਡਿਊਸਿੰਗ ਦੇ ਜਿਹੜੇ ਮੁਹਤਾਜ ਨਹੀਂ। ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਬਿਆਨ ਦਿੱਤਾ ਉਸ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੁੰਦੀਆਂ ਨੇ, ਤਾਂ ਸਰਦਾਰ ਜੋਗਰਾਜ ਸਿੰਘ ਨੇ ਉਹਨਾਂ ਦਾ ਜਵਾਬ ਦਿੱਤਾ। ਤੇ ਕਿਸ ਤਰ੍ਹਾਂ ਵੇਖਦੇ ਹੋ ਜੀ ਜੋ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ, ਤੇ ਤੁਹਾਡੇ ਵੱਲੋਂ ਕੀ ਪ੍ਰਤੀਕਿਰਿਆ? ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਗੱਲ ਇਹ ਹੈ ਕਿ ਡਾਇਰੈਕਟਲੀ ਗੱਲ ਤੁਸੀਂ ਨਵਜੋਤ ਸਿੰਘ ਸਿੱਧੂ ਤੋਂ ਕਰ ਲਈ। ਜੇ ਥੋੜ੍ਹਾ ਜਿਹਾ ਵਿਸਤਾਰ 'ਚ ਆਪਾਂ ਪਿੱਛੋਂ ਸਵਾਲ ਪੁੱਛ ਲੈਂਦੇ ਤਾਂ ਫਿਰ ਆਪਾਂ ਇੱਥੇ ਹੀ ਆ ਜਾਣਾ ਸੀ, ਪਰ ਮੈਨੂੰ ਜਵਾਬ ਥੋੜ੍ਹਾ ਜਿਹਾ ਵਿਸਤਾਰ ਦੇ ਵਿੱਚ ਦੇਣਾ ਪੈਣਾ ਕਿ ਮੈਂ ਪਹਿਲੀ ਗੱਲ ਤਾਂ ਪੋਲੀਟਿਕਸ ਦੇ ਵਿੱਚ ਆਉਣਾ ਹੀ ਨਹੀਂ ਚਾਹੁੰਦਾ ਸੀ। ਜੇ ਮੈਨੂੰ ਪੋਲੀਟੀਕਲ ਸਰਕਲ ਦਾ ਸ਼ੌਕ ਹੁੰਦਾ ਜਾਂ ਮੈਂ ਪੋਲੀਟਿਕਸ ਵਿੱਚ ਕਰਨਾ ਚਾਹੁੰਦਾ ਤਾਂ ਮੇਰਾ ਸੰਜੇ ਗਾਂਧੀ ਜੀ ਨੇ ਨਵੀਂ ਯੂਥ ਕਾਂਗਰਸ ਬਣਾਈ ਹੈ, ਉਦੋਂ ਤੋਂ ਲੈ ਕੇ ਵਿਨੋਦ ਸ਼ਰਮੇ ਵਰਗੇ ਬੰਦਿਆਂ ਨੇ, ਹੋਰਾਂ ਨਾਲ ਮੇਰਾ ਬੜਾ ਤਾਲੁਕਾਤ ਰਹੀ ਹੈ। ਅਵਤਾਰ ਹੈਨਰੀ ਹੋਣੀ ਮੇਰੇ ਭਰਾ ਨੇ ਵੱਡੇ, ਅਤੇ ਸਾਰੇ ਪੋਲੀਟੀਕਲ ਲੋਕਾਂ ਦੇ ਨਾਲ ਹੀ ਮੈਂ ਰਿਹਾ। ਅਤੇ ਪੈਦਾ ਵੀ ਮੈਂ ਫੁੱਫੜ ਜੀ ਦੇ ਘਰੇ ਨਿਰੰਜਨ ਸਿੰਘ ਤਾਲੋ ਸਾਹਿਬ PPCC ਦੇ ਪ੍ਰਧਾਨ ਸੀ, ਜਦੋਂ ਕੈਨੋ ਸਾਹਿਬ CM ਸੀ। ਬਣਨ ਨੂੰ ਮੈਂ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ ਸੀ, CM ਵੀ ਬਣ ਸਕਦਾ ਸੀ, ਪਰ ਮੈਂ ਜ਼ਿੰਦਗੀ 'ਚ ਇੱਕ ਚੀਜ਼ ਦੇਖੀ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ ਲੋਕ ਝੂਠ ਬੋਲਦੇ ਆ। ਪੈਸਾ, ਜਾਇਦਾਦ, ਇਹ ਲੋਕਾਂ ਦਾ ਈਮਾਨ ਹੈ ਵੀ ਹਰ ਕੰਮ ਲਿਆ ਪੈਸਾ, ਹਾਏ ਪੈਸਾ, ਹਾਏ ਪੈਸਾ। ਕੋਈ ਅੱਜ ਦੀ ਗੱਲ ਨਹੀਂ, ਬਹੁਤ ਸਾਰਾ ਜਦ ਮੇਰਾ ਗੱਲ ਪਾਰਟੀਸ਼ਨ ਤੋਂ ਬਾਅਦ ਦਾ ਹੀ ਇਹ ਕੰਮ ਸ਼ੁਰੂ ਹੋਇਆ ਹੋਇਆ। ਸਵਾਲ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਕੀਤਾ ਸੀ, ਅਤੇ ਮੈਂ ਤਾਂ ਸਿਰਫ ਇੱਕ ਗੱਲ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਕਿ ਮੇਰਾ ਜੋ ਵੀ ਕੰਮ ਹੁੰਦਾ ਹੈ, ਮੈਂ ਤਾਂ ਗੁਰੂ ਘਰ ਦੇ ਕੂਕਰਾਂ ਦਾ ਕੂਕਰ ਹਾਂ, ਸ਼ਹੀਦਾਂ ਦੀ ਜੁੱਤੀ ਦੀ ਮਿੱਟੀ ਹਾਂ, ਬਾਬਾ ਦੀਪ ਸਿੰਘ ਜੀ ਦਾ ਸਪੁੱਤਰ ਹਾਂ। ਮੈਨੂੰ ਗੁਰੂ ਮਹਾਰਾਜ ਨੇ ਹੀ ਕਿਉਂ ਕਿਹਾ, ਹੁਕਮਨਾਮਾ ਕਿਉਂ ਜਾਰੀ ਹੋਇਆ ਕਿ ਵੀ ਯੋਗਰਾਜ ਸਿੰਘ ਨੂੰ ਕਹੋ ਪੁੱਤਰ ਨੂੰ ਵੀ ਅਜੇ ਗੁਰੂ ਘਰ ਨੇ ਤੇਰੇ ਤੋਂ ਬਹੁਤ ਕੰਮ ਲੈਣੇ।
ਮੇਰੀ ਇੰਨੀ ਔਕਾਤ ਹੀ ਨਹੀਂ, ਮੈਂ ਤਾਂ ਗੁਰੂ ਘਰ ਦਾ ਇੱਕ ਤੁੱਛ ਜਿਹਾ ਇੱਕ ਜ਼ਰਾ ਵੀ ਨਹੀਂ। ਮੈਨੂੰ ਕਿਹਾ ਗਿਆ, ਮੇਰੇ ਲਈ ਬਹੁਤ ਮਾਣ ਵਾਲੀ ਗੱਲ। ਦੂਜੀ ਗੱਲ ਮੈਨੂੰ ਇਹ ਕਹੀ ਗਈ ਵੀ ਨਵਜੋਤ ਸਿੰਘ ਸਿੱਧੂ ਨੂੰ ਤੂੰ ਕੱਢ ਕੇ ਲਿਆ ਬਾਹਰ, ਕਿਉਂਕਿ ਤੇਰਾ ਅਜੀਜ਼ ਹੈ, ਪਿਆਰਾ ਬੱਚਾ ਹੈ, ਤੇਰੀ ਡਿਊਟੀ। ਮੇਰੀ ਡਿਊਟੀਆਂ ਦੋ ਲੱਗੀਆਂ ਸੀ। ਇੱਕ ਕਿਸਾਨਾਂ ਦਾ ਰਹਿਣਾ ਹੈ, ਕਿਸਾਨਾਂ ਦੇ ਨਾਲ ਚੱਲਣਾ ਹੈ, ਪੰਜਾਬ ਦੇ ਲੋਕਾਂ ਨਾਲ ਚੱਲਣਾ ਹੈ, ਪੰਜਾਬ ਦੇ ਵਰਗ ਦੇ ਲੋਕਾਂ ਨਾਲ ਚੱਲਣਾ ਹੈ, ਪੰਜਾਬ ਦੇ ਹਰ ਧਰਮ ਦੇ ਲੋਕਾਂ ਨਾਲ ਚੱਲਣਾ ਹੈ, ਹਰ ਜ਼ਰਰੇ ਦੇ ਪੰਜਾਬ ਤੇ ਦੇਸ਼ ਦੀ ਮਿੱਟੀ ਦੇ ਨਾਲ ਰਹਿਣਾ ਹੈ। ਤੇ ਮੈਂ ਇਹ ਸੋਚਿਆ ਵੀ ਨਵਜੋਤ ਸਿੰਘ ਸਿੱਧੂ ਦਾ ਹੀ ਕਿਉਂ ਨਾਮ ਲਿਆ ਗੁਰੂਆਂ ਨੇ ਗੁਰੂ ਘਰ 'ਚੋਂ। ਉਹ ਜਿਹੜਾ ਮੈਨੂੰ ਹੋਕਾ ਮਿਲਿਆ, ਮੈਂ ਤਾਂ ਉਹਦਾ ਡਾਕੀਆਂ ਜੋ ਚਿੱਠੀ ਹੈ ਉਹ ਪਾਈ ਅੱਗੇ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ, ਕਿਉਂਕਿ ਮੈਂ ਬਚਪਨ ਤੋਂ ਦੇਖਿਆ, ਵੱਡਾ ਕੀਤਾ, ਉਹਦਾ ਵਿਆਹ ਆਪਣੇ ਹੱਥੀਂ ਕੀਤਾ, ਸੁੱਖ ਦੁੱਖ ਦੇ ਵਿੱਚ ਉਹਦੇ ਨਾਲ ਰਿਹਾ। ਬੇਸ਼ੱਕ ਉਹਨੂੰ ਕਈ ਸਾਲਾਂ ਤੋਂ ਮੈਂ ਨਹੀਂ ਮਿਲਿਆ, ਉਹ ਮੰਤਰੀ ਵੀ ਰਿਹਾ, ਪ੍ਰਧਾਨ ਵੀ ਰਿਹਾ, ਮੈਂ ਕਦੇ ਕੋਈ ਕੰਮ ਕਰਾਉਣ ਨਹੀਂ ਗਿਆ। ਪਰ ਸਬੱਬ ਸਿਰਫ ਇਹ ਹੈ ਕਿ ਕੁਦਰਤੀ ਬਣਤਾ, ਕਿਉਂਕਿ ਗੁਰੂ ਮਹਾਰਾਜ ਨੇ ਗੱਲ ਕੀਤੀ ਹੈ। ਹੁਣ ਜੇ ਉਹ ਹੈ ਤਾਂ ਉਹ ਮੈਨੂੰ ਤਾਂ ਇੱਕੋ ਹੀ ਲੀਡਰ ਲੱਗਦਾ, ਇਹ ਨਹੀਂ ਵੀ ਉਹ ਕਾਂਗਰਸ 'ਚ ਹੈ। ਮੈਨੂੰ ਕਿਸੇ ਪਾਰਟੀ ਨਾਲ ਕੁਛ ਨਹੀਂ ਲੈਣਾ, ਕਿਸੇ ਲੀਡਰ ਤੋਂ ਕੁਛ ਨਹੀਂ ਲੈਣਾ। ਮੈਨੂੰ ਸਿਰਫ ਇਹ ਹੈ ਕਿ ਇੱਕ ਬੰਦਾ, ਇੱਕ ਲੀਡਰ, ਇੱਕ ਮਸੀਹਾ ਰੱਬ ਨੇ ਭੇਜਿਆ। ਦੇਖੋ ਬੋਲ ਰਿਹਾ, ਸੱਚ ਬੋਲ ਰਿਹਾ, ਦਬੰਗ ਬੋਲ ਰਿਹਾ, ਚੜ੍ਹ ਕੇ ਬੋਲ ਰਿਹਾ। ਔਰ ਸ਼ਾਇਦ ਪੰਜਾਬ ਇੰਨਾ ਕੁ ਡੁੱਬ ਚੁੱਕਿਆ, ਇੰਨਾ ਕੁਛ ਪੰਜਾਬ ਨਾਲ ਹੋ ਚੁੱਕਿਆ ਕਿ ਰੱਬ ਨੇ ਕਿਹੋ ਜਿਹਾ ਬੰਦਾ ਭੇਜਣਾ ਹੀ ਸੀ ਜਿਹੜਾ ਦਬੰਗ ਬੋਲੇ ਤੇ ਗੱਲ ਕਰੇ, ਸੱਚੀ ਗੱਲ ਕਰੇ, ਔਰ ਉਹਦਾ ਹੱਲ ਦੱਸੇ ਵੀ ਇਹਦਾ ਹੱਲ ਕੀ, ਉਹ ਹੱਲ ਵੀ ਤੁਹਾਨੂੰ ਦੱਸੀ ਜਾਂਦਾ। ਯੋਗਰਾਜ ਸਿੰਘ ਉਹਦੇ ਨਾਲ ਖੜਾ ਇੱਕ ਵਫਾਦਾਰੀ ਦਾ ਚਿੰਨ੍ਹ ਬਣ ਕੇ। ਮੇਰੇ ਗੁਰੂ ਨੇ ਆਖਿਆ ਵੀ ਬਾहें ਜਿਨ੍ਹਾਂ ਕੀ ਪਕੜੀਏ, ਸਿਰ ਦੀਜੇ ਬਾहें ਨਾ ਛੋੜੀਏ। ਮੈਂ ਸਿਰਫ ਉਹਨਾਂ ਦੇ ਨਾਲ ਇੱਕ ਬਾਪ, ਇੱਕ ਵੱਡਾ ਭਰਾ, ਇੱਕ ਸੱਜਣ, ਇੱਕ ਮੀਤ, ਇੱਕ ਗਾਈਡ। ਕਿਉਂਕਿ ਕਈ ਗੱਲ ਹੁੰਦੀ ਹੈ, ਕੋਈ ਮੈਂ ਕਹਿ ਵੀ ਦਿੰਦਾ, ਝੜਕ ਵੀ ਦਿੰਦਾ, ਅਤੇ ਉਹ ਗੱਲ ਮੇਰੀ ਮੰਨ ਵੀ ਲੈਂਦੇ। ਅਤੇ ਮੈਂ ਸਿਰਫ ਮੇਰਾ ਉੱਥੇ ਤੱਕ ਹੀ ਹੱਦ ਹੈ। ਲੇਕਿਨ ਜੇ ਨਵਜੋਤ ਸਿੰਘ ਸਿੱਧੂ ਅੱਜ ਕੋਈ ਗੱਲ ਕਰ ਰਿਹਾ ਹੈ, ਉਹ ਪ੍ਰਧਾਨ ਬਣ ਕੇ ਆਇਆ। ਪਹਿਲਾਂ ਜਦ ਮੈਨੂੰ ਹੋਕਾ ਦੇਣ ਲਈ ਕਿਹਾ, ਮੈਂ ਹੋਕਾ ਤੁਹਾਡੇ ਚੈਨਲਸ ਦੇ ਰਾਹੀਂ ਦਿੰਦਾ ਰਿਹਾ। ਸ਼ਾਇਦ ਤੁਹਾਨੂੰ ਵੀ ਮਹਿਸੂਸ ਹੁੰਦਾ ਸੀ ਵੀ ਯੋਗਰਾਜ ਸਿੰਘ ਕੀ ਮਾਰੀ ਜਾਂਦਾ ਆਪਦੀਆਂ ਇਹ, ਨਵਜੋਤ ਸਿੰਘ ਸਿੱਧੂ ਅੱਗੇ ਨਹੀਂ ਪਿੱਛੇ ਨਹੀਂ, 18 ਮਹੀਨੇ ਹੋ ਗਏ ਘਰੇ ਬੈਠੇ ਬੋਲੀ ਜਾਂਦਾ। ਔਰ ਮੈਂ ਕਹਿੰਦਾ ਸੀ ਵੀ ਗੁਰੂ ਘਰ ਦੀ ਆਵਾਜ਼ ਹੈ। ਦੇਖੋ ਤੁਸੀਂ ਕੀ ਹੋਇਆ ਕਿ 6 ਮਹੀਨੇ ਤਖਤਾ ਪਲਟ ਹੋ ਗਿਆ। ਤਖਤਾ ਪਲਟ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੀ ਪ੍ਰਧਾਨ ਬਣ ਕੇ ਆ ਗਿਆ। ਪ੍ਰਧਾਨ ਬਣ ਕੇ ਆਇਆ ਤਾਂ ਇਹਨਾਂ ਦੇ ਮਿਰਚਾਂ ਲੱਗਣ ਲੱਗ ਗਈਆਂ, ਚੋਰਾਂ ਦੇ, ਡਾਕੂਆਂ ਦੇ। ਜਿਹੜਾ ਬੰਦਾ ਚੋਰ ਹੁੰਦਾ ਨਾ, ਡਾਕੂ ਹੁੰਦਾ, ਠੱਗ ਹੁੰਦਾ ਹੈ, ਜਿਹਨੇ ਜ਼ਿੰਦਗੀ ਦੇ ਵਿੱਚ ਪਾਪ ਕੀਤੇ ਹੁੰਦੇ ਨੇ, ਉਹ ਹਮੇਸ਼ਾ ਹੀ ਖੁਦਾ ਤੋਂ, ਖੁਦਾ ਦੇ ਬੰਦਿਆਂ ਤੋਂ ਡਰਦਾ ਹੁੰਦਾ ਹੈ। ਸੋ ਉਹ ਹੁਣ ਜੇ ਆਇਆ ਤੁਹਾਡੀ ਪਾਰਟੀ 'ਚ, ਤੁਹਾਨੂੰ ਸਾਰਿਆਂ ਨੂੰ, ਤੁਸੀਂ ਮੁਆਜ਼ਬ ਬੰਦੇ ਹੋ, 70 ਸਾਲ 50 ਸਾਲ ਤੋਂ ਕਾਂਗਰਸ ਦੇ ਵਿੱਚੋਂ, ਹਰੇਕ ਨੂੰ ਜਾ ਕੇ ਮਿਲਿਆ, ਹਰੇਕ ਨੂੰ ਮੱਥਾ ਟੇਕਿਆ, ਵੱਡੇ ਛੋਟੇ ਨੂੰ ਮੱਥਾ, ਗੁਰੂ ਘਰ 'ਚ ਮੱਥਾ ਟੇਕਿਆ, ਆਸ਼ੀਰਵਾਦ ਲਿਆ। ਤੁਹਾਡਾ ਫਰਜ਼ ਬਣਦਾ ਤੁਸੀਂ ਉਹਦੇ ਨਾਲ ਰਹੋ। ਤੁਸੀਂ ਹਰੇਕ ਬੰਦਾ ਹੀ ਉੱਠ ਕੇ ਉਹਦੇ ਖਿਲਾਫ ਹੋ ਗਿਆ। ਜੇ ਰੱਬ ਨੇ ਉਹਨੂੰ ਥਾਪੜਾ ਦਿੱਤਾ ਹੋਇਆ ਹੈ ਤਾਂ ਫਿਰ ਥਾਪੜਾ ਰੱਬ ਦਾ ਇੱਕ ਪਾਸੇ, ਤਾਂ ਤੁਸੀਂ ਸਾਰੀ ਦੁਨੀਆ ਭਾਵੇਂ ਕਿ ਉਹਦੇ ਖਿਲਾਫ ਹੋ ਜਾਏ ਤਾਂ ਨਹੀਂ ਉਹ ਤਾਂ ਕੁਛ ਕਰ ਸਕਦੇ। ਹੁਣ ਜਿਹੜਾ ਸਵਾਲ ਤੁਸੀਂ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾਂ ਮੈਨੂੰ ਪੁੱਛਿਆ, ਮੈਂ ਸਿਰਫ ਇੱਕੋ ਹੀ ਤੁਹਾਨੂੰ ਗੱਲ ਕਹਿ ਸਕਦਾ, ਉਸ ਤੋਂ ਬਾਅਦ ਤੁਸੀਂ ਆਪ ਪੁੱਛ ਲਿਓ ਹੋਰ ਕੁਝ ਜੋ ਪੁੱਛਣਾ, ਕਿ ਅੱਜ ਦੇ ਹਾਲਾਤ ਪੰਜਾਬ ਦੇ ਕੀ ਨੇ। 5 ਦਰਿਆਵਾਂ ਦਾ ਪੰਜਾਬ ਦੇਖੀ ਚੱਲੋ। 73 ਸਾਲਾਂ 'ਚ ਜਿਹੜਾ ਪਾਣੀ 5 ਫੁੱਟ 'ਤੇ ਸੀ, ਅੱਜ 73 ਸਾਲਾਂ 'ਚ ਉਹ ਪਾਣੀ 350 ਫੁੱਟ 'ਤੇ ਚਲਾ ਗਿਆ। ਔਰ ਉਹ ਪਾਣੀ ਜ਼ਹਿਰ ਬਣ ਗਿਆ। ਦੁਨੀਆ ਜਹਾਨ ਦੇ ਵਿੱਚ ਤੋਂ ਲੈ ਕੇ ਅੱਜ ਪੰਜਾਬ ਦੇ ਵਿੱਚ ਜਿਹੜਾ ਕੈਂਸਰ ਹੈ ਉਹ 99% ਹੈ। ਠੀਕ ਹੈ ਮੇਰੀ ਗੱਲ। ਟ੍ਰੇਨਾਂ ਚੱਲਦੀਆਂ ਕੈਂਸਰ ਦੀਆਂ ਬਠਿੰਡੇ ਵਰਗੇ ਸ਼ਹਿਰ ਤੋਂ। ਉਸ ਤੋਂ ਬਾਅਦ ਅਸੀਂ ਪੰਜਾਬ ਦੇ ਖਜ਼ਾਨੇ ਖਾਲੀ ਕਰਤੇ। ਅਸੀਂ ਇਸ ਹੱਦ ਤੱਕ ਗਿਰ ਗਏ ਕਿ ਜਿਹੜੀ ਰੇਤ ਗਰੀਬਾਂ ਵਾਸਤੇ ਬਣੀ ਸੀ, ਜਿਹਦੇ ਨਾਲ ਆਪਣਾ ਘਰ ਲਿਪਦਾ ਸੀ, ਅਸੀਂ ਉਹ ਰੇਤ ਵੇਚਣ ਲੱਗ ਗਏ। ਫਿਰ ਅਸੀਂ ਕੇਬਲ ਮਾਫੀਆ ਸ਼ੁਰੂ ਕਰਤਾ। ਫਿਰ ਅਸੀਂ ਐਕਸਾਈਜ਼ ਦੇ ਪੈਸੇ ਖਾਣ ਲੱਗ ਗਏ। ਇਹ ਉਹ ਪੈਸੇ ਨੇ ਜਿਹੜੇ ਖਜ਼ਾਨੇ 'ਚ ਜਾ ਕੇ ਲੋਕਾਂ ਦੇ ਵਿਕਾਸ ਵਾਸਤੇ ਤੇ ਸਟੇਟ ਦੀ ਵਿਕਾਸ ਵਾਸਤੇ ਲੱਗਦੇ ਨੇ। ਕਰਦੇ ਸਭ ਕੁਝ ਕਰਦੇ ਫਿਰ ਜਿਹੜੀ ਸਭ ਤੋਂ ਮਾੜੀ ਤੇ ਜਿਹੜੀ ਸਭ ਤੋਂ ਗਿਰੀ ਹੋਈ ਹਰਕਤ ਹੈ ਉਹ ਇਹ ਹੈ ਕਿ ਅਸੀਂ ਚਿੱਟਾ ਵੇਚਣ ਲੱਗ ਗਏ। ਲੱਖ ਲਾਹਨਤ ਆਪਣੇ ਪੰਜਾਬੀਆਂ ਦੇ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਆਪਣੇ ਹੱਥੀਂ ਆਪਣੇ ਬੱਚੇ ਮਾਰ ਦੇਣਾ ਚਾਹੁੰਦੇ ਹੋ? ਤੁਸੀਂ ਆਪਣੇ ਹੱਥੀਂ ਆਪਣੀ ਜਵਾਨੀ ਖਤਮ ਕਰ ਦੇਣਾ ਚਾਹੁੰਦੇ ਹੋ? ਤੁਸੀਂ ਕਦੇ ਸੋਚਿਆ ਕਿ ਜਿਹੜਾ ਪਾਪ ਤੁਸੀਂ ਇਹ ਕਰ ਰਹੇ ਹੋ, ਇਹ ਜਾ ਕੇ ਤੁਹਾਡੇ ਵੀ ਬੱਚਿਆਂ 'ਤੇ, ਤੁਹਾਡੇ ਵੀ ਘਰ ਗਿਰਨਾ, ਤੁਹਾਡੇ 'ਤੇ ਵੀ ਆਉਣੀ ਹੈ ਗੱਲ। ਸੋ ਮੈਂ ਤਾਂ ਸਿਰਫ ਇੱਕ ਸੱਚ 'ਤੇ ਪਹਿਰਾ ਦੇ ਰਿਹਾ। ਉਹ ਸੱਚਾਈ ਨਵਜੋਤ ਸਿੰਘ ਸਿੱਧੂ ਹੈ, ਔਰ ਉਸ ਸੱਚਾਈ ਨਾਲ
ਉਦੋਂ ਤੱਕ ਖੜਾ ਰਹੂੰਗਾ ਜਦ ਤੱਕ ਉਹ ਸੱਚ ਬੋਲ ਰਿਹਾ। ਬਿਲਕੁਲ ਜੀ। ਲੇਕਿਨ ਤੁਸੀਂ ਕ੍ਰਿਕਟ ਦੀ ਟੀਮ ਦੇ ਵਿੱਚ ਰਹੇ, ਟੀਮ ਦਾ ਇੱਕ ਅਨੁਸ਼ਾਸਨ ਹੁੰਦਾ, ਜੋ ਕੈਪਟਨ ਕਹਿੰਦਾ ਜਾਂ ਫਿਰ ਜੋ ਟੀਮ ਦੇ ਆਪਣੇ ਮੈਂਬਰਾਂ ਨਾਲ ਸਲਾਹ ਕਰਕੇ ਕਿਹਨੂੰ ਪਹਿਲੇ 'ਤੇ ਭੇਜਣਾ, ਕਿਹਨੂੰ ਦੂਜੇ 'ਤੇ ਭੇਜਣਾ। ਸੋ ਨਵਜੋਤ ਸਿੰਘ ਸਿੱਧੂ ਇੱਕ ਟੀਮ ਦਾ ਮੈਂਬਰ ਨੇ, ਪੰਜਾਬ ਕਾਂਗਰਸ ਇੱਕ ਟੀਮ ਆ। ਤੁਹਾਨੂੰ ਨਹੀਂ ਲੱਗਦਾ ਕਿ ਇਕੱਲੇ ਐਲਾਨ ਕਰਨ ਦੇ ਨਾਲੋਂ ਟੀਮ ਦੇ ਨਾਲ ਮਿਲ ਕੇ ਗੱਲ ਕਰਕੇ ਫਿਰ ਕੋਈ ਗੱਲ ਕਰਨੀ ਚਾਹੀਦੀ ਹੈ ਜੀ? ਜੇ ਕਪਤਾਨ ਆਪਦੇ ਰਿਸ਼ਤੇਦਾਰੀ ਵਿੱਚ ਵਾੜੀ ਜਾਵੇ, ਆਪਦੇ ਦੋਸਤੀ ਵਿੱਚ ਵਾੜੀ ਜਾਵੇ, ਕਰਪਸ਼ਨ ਕਰੀ ਜਾਵੇ, ਟੀਮ ਦੇ ਵਿੱਚ ਉਹ ਪਲੇਅਰ ਸਿਲੈਕਟ ਕਰੇ ਜਿਹੜੇ ਖੇਡਣ ਦੇ ਕਾਬਿਲ ਨਹੀਂ ਹੈ, ਉਹ ਪਲੇਅਰਾਂ ਨੂੰ ਉਹ ਉੱਤੇ ਚੱਕੀ ਜਾਵੇ ਕਿਉਂਕਿ ਉਹਦਾ ਆਪਣਾ ਪਰਸਨਲ ਇੰਟਰਸਟ ਹੈ, ਤਾਂ ਉਸ ਕਪਤਾਨ ਨੂੰ ਬਦਲ ਦੇਣਾ ਚਾਹੀਦਾ। ਉਹਦੀ ਗੱਲ ਮੰਨਣੀ ਚਾਹੀਦੀ ਕਿ ਨਹੀਂ ਮੰਨਣੀ ਚਾਹੀਦੀ? ਬਦਲਤਾ, ਕਪਤਾਨ ਬਦਲਿਆ ਗਿਆ। ਉਸ ਤੋਂ ਬਾਅਦ ਕਪਤਾਨ ਬਣ ਗਿਆ ਚੰਨੀ, ਤੇ ਸਾਡਾ ਮੁੱਖ ਕਪਤਾਨ ਹੈਗਾ ਸਾਡਾ ਪ੍ਰਧਾਨ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪ੍ਰੈਜ਼ੀਡੈਂਟ ਹੁੰਦਾ ਕੀ ਹੈ। ਜਿਹੜਾ ਪ੍ਰਧਾਨ ਪਾਰਟੀ ਦਾ ਹੁੰਦਾ ਹੈ, ਪਤਾ ਨਹੀਂ ਇਹਨਾਂ ਨੇ ਸੰਵਿਧਾਨ ਪੜ੍ਹਿਆ ਕਿ ਨਹੀਂ ਪੜ੍ਹਿਆ ਸੰਵਿਧਾਨ, ਮੈਂ ਤਾਂ ਇਹ ਜਾਣਦਾ ਕਿ ਜਿਹੜਾ ਪ੍ਰੈਜ਼ੀਡੈਂਟ ਆ ਉਹੀ ਸੀਐਮ ਹੈ। ਇੱਦਾਂ ਹੀ ਹੁੰਦਾ ਆ। ਪ੍ਰਤਾਪ ਸਿੰਘ ਕਾਇਰੋਂ ਤੋਂ ਲੈ ਕੇ ਸਰਦਾਰ ਬੇਅੰਤ ਸਿੰਘ ਤੋਂ ਲੈ ਕੇ ਦਰਬਾਰਾ ਸਿੰਘ ਤੋਂ ਲੈ ਕੇ ਜਿੰਨੇ ਵੀ ਸੀਐਮ ਆਏ, ਜੇ ਉਹ ਪ੍ਰੈਜ਼ੀਡੈਂਟ ਸੀਗੇ ਤਾਂ ਆਟੋਮੈਟਿਕਲੀ ਉਹ ਸੀਐਮ ਸੀਗੇ। ਇਹ ਹੋਰ ਗੱਲ ਹੈ ਵੀ ਪਾਰਟੀ ਸੀਐਮ ਕਿਹਨੂੰ ਲਾਉਂਦੀ ਹੈ। ਠੀਕ ਹੈ ਜੀ। ਮੈਂ ਇੱਕ ਸਵਾਲ ਪੁੱਛਾਂ ਕਿ ਕੀ ਬਦਲ ਗਿਆ? ਕਪਤਾਨ ਬਦਲਿਆ ਤੇ ਫਿਰ ਕਪਤਾਨ ਬਦਲਣ ਨਾਲ ਚੋਰੀ ਚਕਾਰੀ ਬੰਦ ਹੋ ਗਈ? ਉਹ ਉੱਥੇ ਖੜੀ ਹੈ, ਉਸ ਤੋਂ ਦੁੱਗਣੀ ਚੌਗਣੀ ਹੋ ਗਈ। ਤੇ ਜੇ ਪ੍ਰਧਾਨ ਇਹ ਕਹਿੰਦਾ ਹੈ ਕਿ ਭਾਈ ਇਹ ਗਲਤ ਹੋ ਰਿਹਾ, ਅੱਜ ਵੀ ਉਹੀ ਕੁਝ ਹੋ ਰਿਹਾ ਜੋ ਕੁਝ ਕੈਪਟਨ ਦੇ ਟਾਈਮ ਹੁੰਦਾ ਸੀ ਜਾਂ ਅਕਾਲੀਆਂ ਦੇ ਟਾਈਮ ਹੁੰਦਾ ਸੀ, ਤਾਂ ਕੀ ਬਦਲਿਆ ਜੀ? ਫਿਰ ਉਸ ਕਪਤਾਨ ਨੂੰ ਬਦਲਣ ਦਾ ਵੀ ਕੀ ਫਾਇਦਾ? ਸੋ ਇਹਦਾ ਮਤਲਬ ਇਹ ਨਹੀਂ, ਇਹਦਾ ਇਹ ਸੱਚ ਇਹ ਨਹੀਂ ਕਿ ਕਪਤਾਨ ਉਹਨੂੰ ਲਿਆਓ ਜਿਹੜਾ ਕਪਤਾਨ ਬਣਨ ਦੇ ਕਾਬਿਲ ਹੈ। ਬਿਲਕੁਲ ਜੀ। ਤੇ ਇੱਕ ਦੂਸਰੀ ਗੱਲ, ਤੁਸੀਂ ਜਿਹੜੀ ਜਿੰਨੇ ਮੁੱਦਿਆਂ ਦੀ ਗੱਲ ਕੀਤੀ ਹੈ, ਕੇਬਲ ਮਾਫੀਆ ਦੀ ਕੀਤੀ ਆ, ਰੇਤ ਦੀ ਕੀਤੀ ਆ, ਟਰਾਂਸਪੋਰਟ ਮਾਫੀਆ ਦੀ ਕੀਤੀ ਆ, ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਵੱਡਾ ਮੁੱਦਾ, ਤੇ ਚਿੱਟੇ ਦੀ ਜਿਵੇਂ ਤੁਸੀਂ ਗੱਲ ਕੀਤੀ ਆ। ਸੋ ਇਹ ਮੁੱਦੇ ਹਾਲੇ ਤੱਕ ਹੱਲ ਹੁੰਦੇ ਕਿਤੇ ਨਜ਼ਰ ਨਹੀਂ ਆਈ ਹੈਗੀ ਬਾਈ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਿਹੜੀ ਹੋਈ ਹੈ ਤੇ ਗੋਲੀ ਕਾਂਡ ਜਿਹੜਾ ਚ ਹੋਇਆ, ਉਹ ਦੋਨੋਂ ਭਰਾ ਮੇਰੇ ਕੋਲ ਇੱਥੇ ਆਏ ਸੀ। ਅੱਛਾ ਜੀ। ਉਹ ਫੋਟੋਆਂ ਮੇਰੇ ਕੋਲ ਨੇ, ਮੈਂ ਤੁਹਾਨੂੰ ਭੇਜ ਦੂੰਗਾ। ਹਾਂਜੀ। ਉਹਨਾਂ ਨੇ ਮੈਨੂੰ ਗੱਲ ਸੁਣਾਈ। ਸਹੋਤਾ ਸਾਹਿਬ ਉਦੋਂ ਡੀਜੀਪੀ ਸੀ। ਠੀਕ ਹੈ ਜੀ। ਕੀ ਹੋਇਆ, ਕਿਵੇਂ ਗ੍ਰੰਥ ਸਾਹਿਬ ਮਹਾਰਾਜ ਨਾਲ ਦੇ ਵਰਕੇ ਫਟੇ, ਕੌਣ ਵਿੱਚ ਸੀਗਾ, ਤੁਹਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਲੇਕਿਨ ਦੁੱਖ ਦੀ ਗੱਲ ਹੋਇਆ ਕਿ ਜਿਹੜੇ ਸਿੰਘ ਆਪਣੇ ਗੁਰੂ ਵਾਸਤੇ ਖੜੇ, ਤੁਸੀਂ ਉਹਨਾਂ ਨੂੰ ਟੌਰਚਰ ਕੀਤਾ, ਚੱਡੇ ਪਾੜੇ, ਪੁੱਠੇ ਟੰਗੇ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿੰਨੀਆਂ ਗੱਲਾਂ ਮੈਂ ਕੀਤੀਆਂ ਵਿੱਚੋਂ ਮੈਂ ਭੁੱਲ ਗਿਆ ਇਹ ਗੱਲ, ਇਹ ਬਹੁਤ ਅਹਿਮ ਗੱਲ ਹੈ। ਇਹਦੀਆਂ ਸਜ਼ਾਵਾਂ ਜਾਂ ਇਹਦਾ ਹੱਲ ਅਜੇ ਤੱਕ ਕੁਝ ਕਿਉਂ ਨਹੀਂ ਹੋਇਆ? ਜਦ ਘਰ ਦਾ ਪਿਓ ਹੀ ਡਾਕੂ ਬਣ ਜੇ ਨਾ, ਜਦ ਘਰ ਦਾ ਵੱਡ ਵਡੇਰਾ ਹੀ ਜਿਹੜਾ ਹੈਗਾ ਆਪਣੇ ਘਰ ਨੂੰ ਲੁੱਟਣ ਲੱਗ ਜੇ, ਤੇ ਜਦ ਸਤਿਕਾਰਯੋਗ ਗੁਰੂਆਂ ਦੇ ਬਣਾਏ ਹੋਏ ਜਿਹੜੇ ਸਿੰਘ ਨੇ, ਸੋ ਕਾਲਡ ਸਿੱਖ, ਉਹੀ ਆਪਣੇ ਗੁਰੂ ਨੂੰ ਬੇਅਦਬੀ ਆਪਣੇ ਗੁਰੂ ਦੀ ਕਰਨ ਲੱਗ ਜਾਣ, ਤਾਂ ਮੈਨੂੰ ਦੱਸੋ ਫਿਰ ਬਾਹਰਲਿਆਂ ਤੋਂ ਆਪਾਂ ਕੀ ਬੁਲਾ ਕੇ ਉਮੀਦ ਰੱਖ ਸਕਦੇ ਹਾਂ? ਇਹ ਸਾਰਾ ਕੁਝ ਅਸੀਂ ਆਪ ਕੀਤਾ, ਕਿਉਂਕਿ ਇਹ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਦੀ ਧਰਤੀ 'ਤੇ ਬਾਈ ਜੀ ਜਿੰਨੇ ਸੱਜਣ ਹੋਏ ਨੇ, ਜਿੰਨੇ ਦਲੇਰ ਹੋਏ ਨੇ, ਜਿੰਨੇ ਸੂਰਮੇ ਹੋਏ ਨੇ, ਜਿੰਨੇ ਪੀਰ ਪੈਗੰਬਰ ਹੋਏ ਨੇ, ਉਸ ਤੋਂ ਵੱਧ ਗੱਦਾਰ, ਠੱਗ, ਚੋਰ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਆਪ ਹੀ ਲੁੱਟਿਆ। ਇੱਥੇ ਤਾਂ ਅਹਿਮਦ ਸ਼ਾਹ ਅਬਦਾਲੀ ਵਰਗੇ ਆਉਂਦੇ ਰਹੇ, ਲੁੱਟਦੇ ਰਹੇ। ਇੱਥੇ ਤਾਂ ਗੋਰੇ ਆ ਕੇ ਲੁੱਟਦੇ ਰਹੇ। ਉਹ ਇੱਥੇ ਤਾਂ ਆਪਣੇ ਆਪ ਹੀ ਲੁੱਟਣ ਲੱਗ ਗਏ। ਤੁਸੀਂ ਮੈਨੂੰ ਇਹ ਦੱਸੋ ਕਿਹਦਾ ਮੈਂ ਨਾਮ ਲਵਾਂ? ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ, ਠੀਕ ਹੈ ਜੀ, ਦੁਨੀਆ ਰਹੀ। ਜਿਹੜੇ ਜਨਰਲ ਡਾਇਰ ਨੇ ਬੰਦੇ ਮਾਰੇ, ਉਹਨਾਂ ਨੂੰ ਘਰੇ ਬੁਲਾ ਬੁਲਾ ਤੁਸੀਂ ਡਿਨਰ ਕੀਤੇ, ਤੁਸੀਂ ਖੂਹਾਂ 'ਚ ਜ਼ਹਿਰ ਪਾ ਕੇ ਸਿੱਖ ਮਾਰੇ। ਮੈਂ ਹਿਸਟਰੀ ਬੜੀ ਲੰਬੀ ਹੈ ਇਹਨਾਂ ਲੋਕਾਂ ਦੀ, ਜਿਨ੍ਹਾਂ ਨੂੰ ਤੁਸੀਂ ਲਿਆ ਕੇ ਵੋਟਾਂ ਪਾ ਕੇ ਆਪ ਦੇ ਲੀਡਰ ਚੁਣਿਆ, ਤੇ ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰ ਸਕਦੇ? ਬਿਲਕੁਲ ਜੀ। ਤੁਸੀਂ ਡਾਇਰੈਕਟਲੀ ਜਿਹੜਾ ਯੁਵਰਾਜ ਸਿੰਘ ਜੀ ਨਾਮ ਨਹੀਂ ਲੈ ਰਹੇ, ਲੇਕਿਨ ਸਿੱਧਾ ਇਸ਼ਾਰਾ ਜਿਹੜਾ ਤੁਸੀਂ ਸਮਝੋ ਕਿ ਕਿਹਨਾਂ ਵੱਲ ਕੀਤਾ ਜਾ ਰਿਹਾ। ਤੇ ਇਸ ਦੇ ਨਾਲ ਅਸੀਂ ਗੱਲ ਕਰੀਏ ਕਿ ਤੁਸੀਂ ਹਮੇਸ਼ਾ ਇਸ ਗੱਲ ਦੀ ਹਾਮੀ ਭਰਦੇ ਹੋ ਕਿ ਪੰਜਾਬ ਦੇ ਲੋਕ ਅਣਖੀ ਨੇ, ਯੋਧੇ ਨੇ, ਮੁਫਤ ਦੀ ਕੋਈ ਸਹੂਲਤ ਨਹੀਂ ਲੈਂਦੇ। ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ, ਪਹਿਲਾਂ ਜਿਹੜਾ ਵਿਰੋਧ ਕਰਦੇ ਸੀ ਕਿ 1000 ਰੁਪਈਆ ਮਹਿਲਾਵਾਂ ਨੂੰ ਦਿੱਤਾ ਜਾ ਰਿਹਾ, ਅੱਜ ਪਹਿਲਾਂ ਵਿਰੋਧ ਕਰ ਰਹੇ ਸੀ, ਅੱਜ ਖੁਦ ਐਲਾਨ ਕਰਤਾ ਕਿ ਮੈਂ 2000 ਰੁਪਈਆ ਮਹਿਲਾਵਾਂ ਨੂੰ ਦੇਵਾਂਗਾ। ਤੁਸੀਂ ਕੀ ਜਸਟੀਫਾਈ ਕਰਦੇ ਹੋ ਇਸ ਚੀਜ਼ ਨੂੰ ਜੀ? ਮੇਰੀ ਉਹਦੀ ਗੱਲ ਹੁੰਦੀ ਰਹਿੰਦੀ ਤਕਰੀਬਨ ਰੋਜ਼ ਹੀ। ਉਹਦੇ ਕੋਲ ਇਹੋ ਜਿਹਾ ਪੰਜਾਬ ਮਾਡਲ ਹੈ, ਉਹ ਕਹਿੰਦਾ ਹੈ ਵੀ ਮੈਂ, ਔਰ ਉਹ ਅਸਲੀ ਵੀ ਹੈ ਕਿ ਮੈਂ ਪੰਜਾਬ ਦੇ ਵਿੱਚ ਜਿੱਦਣ ਮੁੱਖ ਮੰਤਰੀ ਬਣਿਆ, ਜਿੱਦਣ ਪਾਵਰ ਮੇਰੇ ਹੱਥ 'ਚ ਆਈ, ਇਹ ਤਾਂ ਨਹੀਂ ਵੀ ਤੁਸੀਂ ਮੰਤਰੀ ਬਣਾਤਾ ਤੇ ਉਹਨੂੰ ਪਾਵਰ ਹੀ ਖੋਲੀ। ਇਹ ਤਾਂ ਉਹ ਗੱਲ ਹੈ ਵੀ ਤੁਸੀਂ ਮੈਨੂੰ ਆਪਣੇ ਚੈਨਲ ਦੇ ਵਿੱਚ ਨੌਕਰੀ ਦੇ ਦਿੱਤੀ ਤੇ ਕਿਹਾ ਭਾਈ ਨਹੀਂ ਤੂੰ ਬਹਿ ਜਾ, ਮੈਂ ਇੰਟਰਵਿਊ ਤਾਂ ਮੈਂ ਕਰਿਆ ਕਰੂੰਗਾ। ਇਹ ਉਹ ਕੰਮ ਹੈ। ਠੀਕ ਹੈ ਜੀ। ਸੋ ਮੈਂ ਇਹ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਹੈ ਉਹ ਇੱਥੇ ਮੁੱਕਦੀ ਹੈ
ਬਈ ਮੈਂ ਆਪਣੇ ਖਜ਼ਾਨੇ ਭਰ ਕੇ ਸਾਰਾ ਕੁਝ ਦੇਵਾਂਗਾ, ਸਾਰਾ ਕੁਝ ਕਰੂੰਗਾ, ਔਰ ਜਿਹਨੇ ਕਿਹਾ ਤਾਂ ਉਹ ਕਰੂਗਾ ਵੀ, ਕਰਵਾਊਗਾ ਵੀ। ਕਿਹੜਾ ਐਸਾ ਬੰਦਾ ਤੁਸੀਂ ਅੱਜ ਤੱਕ ਦੇਖਿਆ, ਭਾਵੇਂ ਕਾਂਗਰਸ ਪਾਰਟੀ ਹੈ, ਭਾਵੇਂ ਬੀਜੇਪੀ ਹੈ, ਭਾਵੇਂ ਅਕਾਲੀ ਨੇ, ਭਾਵੇਂ ਆਪ ਹੈ, ਕਿ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਲੋਕਾਂ ਨੂੰ ਲੋਲੀਪੌਪ ਦੇ ਰਹੇ ਹੋ, ਤੇ ਤੁਹਾਨੂੰ ਪ੍ਰਧਾਨ ਕਵੇ ਆਪਣੀ ਪਾਰਟੀ ਦੇ ਬੰਦਿਆਂ ਨੂੰ, ਆਪਣੇ ਹੀ ਲੋਕਾਂ ਨੂੰ, ਆਪ ਮੇਰਾ ਅਸਤੀਫਾ ਚੱਕੋ। ਮੈਂ ਇਹੋ ਜਿਹੇ ਗਲਤ ਸਿਸਟਮ 'ਚ ਕੰਮ ਨਹੀਂ ਕਰ ਸਕਦਾ। ਮੈਂ ਇਹੋ ਜਿਹੇ ਬੰਦੇ ਨੂੰ ਸਲੂਟ ਕਰਦਾ, ਕਿਉਂਕਿ ਜਿਹੜਾ ਬੰਦਾ ਆਪਣਿਆਂ ਨੂੰ ਵੀ ਗਲਤ ਕਵੇ, ਬਾਹਰ ਵੀ ਗਲਤ ਕਵੇ, ਔਰ ਗਲਤ ਨੂੰ ਗਲਤ ਕਵੇ, ਉਹੀ ਗੁਦਾ ਦਾ ਬੰਦਾ। ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ, ਮੇਰਾ ਸਵਾਲ ਇਹ ਸੀ, ਉਹ ਪਹਿਲਾਂ ਵਿਰੋਧ ਕਰਦੇ ਸੀ ਕਿ ਫ੍ਰੀ 'ਚ ਪੈਸੇ ਨਹੀਂ ਦੇਣੇ ਚਾਹੀਦੇ, ਹੁਣ ਉਹ ਕਹਿੰਦੇ ਕਿ 2000 ਦੇਵਾਂਗੇ, 8 ਸਿਲੰਡਰ ਦੇਵਾਂਗੇ। ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ ਮਾਵਾਂ ਇਹੋ ਜਿਹੀਆਂ ਨੇ ਕਿ ਜਿਹੜੇ ਫ੍ਰੀ ਦੇ ਪੈਸਿਆਂ ਨੂੰ ਲੈਣਗੇ? ਮੇਰਾ ਖਿਆਲ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਮਾਂ ਨੇ ਪੁੱਤ ਨੂੰ ਪਾਲ ਕੇ ਵੱਡਾ ਕੀਤਾ, ਆਪਣਾ ਦੁੱਧ ਪਿਆ ਛਾਤੀ ਦਾ, ਆਪਣੀ ਕੁੱਖ 'ਚ ਰੱਖਿਆ, ਜੋ ਸਿੱਧੂ ਦਾ ਮਤਲਬ ਹੈ, ਜੋ ਮੈਂ ਉਸ ਤਰੀਕੇ ਤੱਕ ਜਾਣਾ। ਔਰ ਉਹ ਪੁੱਤਰ ਕਹਿ ਰਿਹਾ ਮਾਂ ਤੇ ਮੇਰੀ ਭੈਣੇ, ਤੂੰ ਮੇਰੇ ਤੇ ਬਹੁਤ ਕਰਜ਼ਾ ਚੜਾਇਆ, ਤੂੰ ਜ਼ਿੰਦਗੀ 'ਚ ਮੈਨੂੰ ਜਨਮ ਦਿੱਤਾ, ਪਾਲਿਆ, ਅੱਜ ਤੇਰੇ ਦੁੱਖਾਂ ਤੇ ਸੁੱਖਾਂ ਦੇ ਨਾਲ ਮੈਂ ਤੈਨੂੰ ਹੋਰ ਸੁੱਖ ਦੇਣਾ ਚਾਹੁੰਦਾ। ਉਹਦਾ ਮਤਲਬ ਇਹ ਨਹੀਂ ਵੀ ਤੂੰ 2000 ਰੁਪਏ ਲੈ ਲਿਆ, 5000 ਰੁਪਈਆ ਤੈਨੂੰ ਮੈਂ ਦੇਤਾ ਤੇ ਤੇਰਾ ਸਰਜੂ ਨਹੀਂ। ਤੂੰ ਚੁੱਲ੍ਹੇ 'ਚ ਰੋਟੀ ਬਣਾਉਣੀ ਹੈ, ਗਰੀਬਾਂ ਦੇ ਕੋਲ ਜੇ ਨਹੀਂ ਪੈਸਾ ਤਾਂ ਕੋਈ ਗੱਲ ਨਹੀਂ, ਮੈਂ ਸਿਲੰਡਰ ਤੈਨੂੰ ਸਰਕਾਰ ਤੋਂ ਲੈ ਕੇ ਦੇਵਾਂਗਾ। ਜੇ ਆਪਣੇ ਨਿਆਣੇ ਗਰੀਬ ਨਹੀਂ ਪੜ੍ਹਾ ਸਕਦੇ, ਸਰਕਾਰ ਪੜ੍ਹਾਊਗੀ, ਜਾਂ ਮੈਂ ਤੈਨੂੰ ਪੈਸੇ ਦਊਂ ਬੱਚੇ ਪੜ੍ਹਾਉਣ ਵਾਸਤੇ। ਉਹਦਾ ਮਤਲਬ ਆ ਹੈ, ਮਤਲਬ ਸਮਝੋ ਕਹਿ ਕੀ ਰਿਹਾ। ਇੱਕ ਬੱਚਾ ਆਪਣੀ ਧਰਤੀ ਮਾਂ ਦੇ ਰਹਿਨੁਮਾ ਨੂੰ, ਧੀਆਂ ਨੂੰ, ਭੈਣਾਂ ਨੂੰ, ਬਜ਼ੁਰਗਣੀਆਂ ਨੂੰ ਇਹ ਕਹਿ ਰਿਹਾ ਕਿ ਮੈਂ ਤੇਰਾ ਬੱਚਾ ਜਵਾਨ ਹੋ ਗਿਆ, ਤੂੰ ਫਿਕਰ ਨਾ ਕਰੀ, ਮੈਂ ਕਮਾ ਕੇ ਤੈਨੂੰ ਤੇਰੇ 'ਚ ਹੋਰ ਵਾਧਾ ਪਾਊਂਗਾ ਤਾਂ ਕਿ ਤੂੰ ਸੁਖੀ ਬਸੇ। ਆਹ ਉਹਦਾ ਮਤਲਬ। ਅੱਛਾ ਸਰ, ਇਹ ਤਾਂ ਤੁਸੀਂ ਦੱਸਤਾ ਕਿ ਆਪਣੇ ਹਿਸਾਬ ਨਾਲ ਇਹ ਮਤਲਬ ਆ, ਲੇਕਿਨ ਮੇਰੇ ਹਿਸਾਬ ਨਾਲ ਠੀਕ ਹੈ ਜੀ। ਸਰ, ਜਿਹੜੀਆਂ ਰਾਜਨੀਤਿਕ ਲੋਕਾਂ ਦੀ ਕ੍ਰੈਡੀਬਿਲਿਟੀ ਖਤਮ ਹੁੰਦੀ ਜਾ ਰਹੀ ਆ, ਅੱਜ ਇਹ ਪਾਰਟੀ 'ਚ ਨੇ, ਕੱਲ੍ਹ ਨੂੰ ਬੀਜ ਪਰਸੋਂ ਫੇਰ ਇਹ 'ਚ ਆ ਜਾਂਦੇ, ਖਤਮ ਹੁੰਦੀ ਜਾ ਰਹੀ ਹੈ। ਹਾਂਜੀ, ਖਤਮ ਹੋ ਚੁੱਕੀ ਹੈ, ਗਰਕ ਹੋ ਚੁੱਕੀ ਹੈ, ਇਨਸਾਨਾਂ ਤੋਂ ਜਾਨਵਰਾਂ ਤੋਂ ਬੱਤਰ ਹੋ ਚੁੱਕੇ ਨੇ, ਮਰ ਚੁੱਕੇ ਨੇ, ਲਾਸ਼ਾਂ ਨੇ, ਸਿਰਫ ਇਹਨਾਂ 'ਚ ਰੂਹ ਵੀ ਹੈ ਨਹੀਂ। ਤੁਸੀਂ ਕੀ ਗੱਲਾਂ ਕਰਦੇ ਹੋ ਸਰ? ਫਿਰ ਲੋਕ ਕਿਹਦੇ ਤੇ ਵਿਸ਼ਵਾਸ ਕਰਨ, ਵੋਟ ਕਿਹਨੂੰ ਪਾਉਣ? ਕਿਉਂਕਿ ਵੋਟ ਤਾਂ ਪਾਉਣੀ ਹੈ ਕਿਤੇ ਨਾ ਕਿਤੇ, ਕਿਹਦੇ ਤੇ ਵਿਸ਼ਵਾਸ? ਜਿਵੇਂ ਤੁਸੀਂ ਹੁਣ ਸੋਲਿਡ ਤਰੀਕੇ ਨਾਲ ਖੜੇ ਹੋ, ਜਿਹਦੇ ਨਾਲ ਖੜੇ ਹੋ, ਪਰ ਲੋਕ ਹੁਣ ਕਿਹਦੇ ਤੇ ਵਿਸ਼ਵਾਸ ਕਰਨਗੇ? ਜੀ, ਕਿਸਾਨ ਅੰਦੋਲਨ ਹੋਇਆ, ਕਿਉਂ ਹੋਇਆ? ਪਹਿਲਾ ਸਵਾਲ ਕਿ ਪੰਜਾਬ, ਤਿੱਬਤ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਧਾਰ ਤੋਂ ਲੈ ਕੇ ਦਿੱਲੀ ਤੱਕ, ਕੈਰੋਂ ਸਾਹਿਬ ਤੱਕ, ਛੋਟਾ ਜਿਹਾ ਕਿਉਂ ਰਹਿ ਗਿਆ? ਇਹਦਾ ਸਵਾਲ ਮੈਂ ਕੀਤਾ, ਜਵਾਬ ਤੁਹਾਨੂੰ ਮਿਲ ਗਿਆ ਹੋਊਗਾ ਕਿ ਇਹ ਗੱਦਾਰਾਂ ਦੀ ਇਹ ਗੱਲਾਂ ਪਿੱਛੇ, ਜਿਨ੍ਹਾਂ ਜਾ ਕੇ ਝੂਠ ਬੋਲਿਆ, ਵੱਡ ਵਡੇਰਿਆਂ ਪਿੱਛੇ। ਮੈਂ ਇਹ ਅੰਦੋਲਨ ਤੋਂ ਬਾਅਦ ਜਾਗਰੂਕੀ ਹੋਈ, ਅਸੀਂ ਅੰਦੋਲਨ ਜਿੱਤਿਆ। ਪਤਾ ਨਹੀਂ ਅਜੇ ਕੀ ਹੋਣਾ ਅੱਗੇ ਜਾ ਕੇ, ਇਹ ਤਾਂ ਉਹਨਾਂ ਨੇ ਕਿਹਾ ਹੀ ਹੈ, ਕਿਉਂਕਿ ਮੈਂ ਤਾਂ ਮੰਨਦਾ ਨਹੀਂ, ਝੂਠ ਦੇ ਪੈਰ ਨਹੀਂ ਹੁੰਦੇ ਭਰਾਵਾ। ਜਦ ਤੱਕ ਲਿਖਤ ਪੜਤ ਹੋ ਕੇ ਪੂਰਾ ਐਗਰੀਮੈਂਟ ਨਹੀਂ ਹੋ ਜਾਂਦਾ, ਮੈਂ ਨਹੀਂ ਮੰਨਦਾ ਵੀ ਇਹ ਗੱਲ ਖਤਮ ਹੋ ਗਈ ਹੈ। ਅੱਛਾ, ਤੁਸੀਂ ਦੇਖਿਓ ਅੱਗੇ ਜਾ ਕੇ ਕੀ ਕੁਛ ਹੁੰਦਾ। ਹੁਣ ਰਹੀ ਸਿੱਧੂ ਦੀ ਗੱਲ ਵੀ ਜਾਂ ਲੋਕਾਂ ਦੀ ਕੋਈ ਵੋਟ ਕਿਹਨੂੰ ਪਾਉਣ, ਮੇਰਾ ਖਿਆਲ ਹੈ ਲੋਕ ਬਹੁਤ ਸਿਆਣੇ ਹੋ ਚੁੱਕੇ ਆ। ਪਹਿਲੀ ਸਿਆਣਪ ਤੇ ਅੱਜ ਕੀ ਉਹਨੂੰ ਪਤਾ ਲੱਗ ਗਿਆ ਵੀ ਕੰਮ ਕਿਵੇਂ ਕਰਾਉਣਾ ਹੈ। ਜਿਹੜਾ ਮੰਤਰੀ, ਜਿਹੜਾ ਸੀਐਮ, ਜਿਹੜਾ ਐਮਐਲਏ ਹੁਣ ਕੰਮ ਨਹੀਂ ਕਰੂਗਾ ਨਾ, ਜਾਂ ਜਿਹੜਾ ਅਫਸਰ ਕੰਮ ਨਹੀਂ ਕਰੂਗਾ, ਤਾਂ ਪਤਾ ਹੀ ਹੋਇਆ ਕਰਨਾ 50,000 ਲੱਖ ਬੰਦੇ ਦਾ ਨਾ ਘਰਾ ਹੋਇਆ ਕਰ, ਇਕੱਠ ਛਿੱਤਰ ਹੋ ਉਹਨਾਂ ਦੇ ਹੱਥ 'ਚ ਵਰਿਆ ਕਰੂਗਾ ਹਰੇਕ ਦੇ, ਤੇ ਪੈਨ ਆਪੇ ਹੀ ਚੱਲਿਆ ਕਰੂਗਾ। ਇਹ ਗੱਲ ਸਮਝ ਆ ਗਈ। ਦੂਜੀ ਗੱਲ, ਉਹੀ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ, ਪੰਜਾਬ ਦੇ ਲੋਕਾਂ ਨੂੰ, ਕਿ ਕੈਂਡੀਡੇਟ ਕਿਸੇ ਵੀ ਪਾਰਟੀ ਦਾ ਹੋਵੇ, ਕੈਂਡੀਡੇਟ ਦਾ ਬੈਕਗਰਾਉਂਡ ਦੇਖ ਕੇ ਵੋਟ ਪਾਇਓ। ਜਿਵੇਂ ਅੰਗਰੇਜ਼ 1.5 ਲੱਖ ਅੰਗਰੇਜ਼ 200 ਸਾਲ ਹਿੰਦੁਸਤਾਨ 'ਤੇ ਰਾਜ ਕਰ ਗਿਆ, 2 ਰਾਜਧਾਨੀਆਂ ਬਣਾ ਕੇ ਸ਼ਿਮਲਾ ਤੇ ਦਿੱਲੀ। ਕਿਉਂ ਕਰ ਗਏ? ਕਿਉਂਕਿ ਉਹ ਲੋਕ ਜਿਹੜੇ ਸੀ, ਉਹ ਖਾਨਦਾਨੀ ਬੰਦੇ ਨੂੰ, ਰੱਜੇ ਵੱਜੇ ਬੰਦੇ ਨੂੰ ਨੌਕਰੀ ਦਿੰਦੇ ਸੀ ਕਿ ਹੇਰਾ ਫੇਰੀ, ਠੱਗੀ ਤੇ ਕਰਪਸ਼ਨ ਨਹੀਂ ਕਰੂਗਾ। ਔਰ ਗੋਰਿਆਂ ਦੇ ਟਾਈਮ ਕਰਪਸ਼ਨ ਕਦੇ ਹੋਈ ਵੀ ਨਹੀਂ ਜ਼ਿੰਦਗੀ 'ਚ। ਸੋ ਮੈਂ ਸਮਝਦਾ ਕਿ ਵੋਟ ਪਾਉਣ ਨੂੰ ਤੁਹਾਡੇ ਕੋਲ ਤਾਂ ਹੁਣ ਸਾਫ਼ ਰਸਤਾ ਹੋ ਗਿਆ। ਤੁਹਾਡੇ ਕੋਲ ਇੱਕ ਮਸੀਹਾ, ਇੱਕ ਤੁਹਾਨੂੰ ਰੱਬ ਦਾ ਬੰਦਾ ਤੁਹਾਡੇ ਕੋਲ ਆਇਆ, ਚਿੱਲਾ ਕੇ ਬੋਲ ਰਿਹਾ, ਕਹਿ ਰਿਹਾ, ਤੁਹਾਨੂੰ ਦੱਸ ਰਿਹਾ। ਜੇ ਹੁਣ ਵੀ ਤੁਹਾਨੂੰ ਨਹੀਂ ਦਿਖਦਾ, ਫਿਰ ਤੁਸੀਂ ਪਹਿਲਾਂ ਵੀ ਅੰਨੇ ਸੀ ਤੇ ਅੱਜ ਵੀ ਅੰਨੇ ਹੋ। ਅੱਛਾ, ਮੇਰਾ ਲਾਸਟ ਕੁਐਸਚਨ ਆ ਜੀ, 5 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ, ਤੁਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ, ਕਹਿੰਦੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਚੱਲ ਰਹੀ ਆ, ਅਬੋਹਰ ਤੇ ਫਾਜ਼ਿਲਕਾ ਦੀ ਗੱਲ ਚੱਲ ਰਹੀ ਆ ਕਿ ਹਰਿਆਣਾ ਨਾਲ ਲਾ ਦੇ, ਕੁਛ ਇੱਦਾਂ ਦੇ ਜਿਹੜੇ ਹੋਰ ਬਹੁਤ ਸਾਰੇ ਮੁੱਦੇ ਨੇ। ਅਤੇ ਦੂਸਰਾ ਹੈ ਕਿ ਕਿਸਾਨ ਅੰਦੋਲਨ ਦਾ ਵੋਟਾਂ 'ਤੇ ਕਿੰਨਾ ਕੁ ਅਸਰ ਪੈਣਾ। 2 ਕੁਐਸਚਨਾਂ 'ਚ
ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਸਾਡੇ, ਔਰ ਤੁਸੀਂ ਬਿਲੀਵ ਕਰਨਾ, ਜਿੱਥੇ ਤੱਕ ਮੇਰਾ ਆਪਣਾ ਜ਼ਾਤੀ ਸਵਾਲ ਹੈ, ਮੈਂ ਚਾਹੁੰਦਾ ਸੀ ਕਿ ਲੀਡਰਸ਼ਿਪ ਹਿੰਦੁਸਤਾਨ ਦੇ ਵਿੱਚ ਨਾ ਬਦਲਣੀ ਚਾਹੀਦੀ ਹੈ, ਦੂਜੀ ਪਾਰਟੀ ਹੋਣੀ ਚਾਹੀਦੀ ਹੈ। ਔਰ ਜਦ ਬੀਜੇਪੀ ਆਈ ਔਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਮੈਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਉਹਨਾਂ ਦਾ ਕੰਮ ਐਜ਼ ਅ ਚੀਫ ਮਿਨਿਸਟਰ ਮੈਂ ਗੁਜਰਾਤ 'ਚ ਦੇਖਿਆ ਔਰ ਉਹਨੂੰ ਫੋਲੋ ਕੀਤਾ, ਬਹੁਤ ਦੇਰ ਤੋਂ ਉਹਨੂੰ ਫੋਲੋ ਕਰਦਾ। ਔਰ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਅੱਜ ਉਹ ਪੰਜਾਬ ਆ ਰਹੇ ਨੇ। ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ, ਮੇਰਾ ਇੱਕ ਸਵਾਲ ਹੈ, ਮੈਂ ਸਵਾਲ ਕਰ ਸਕਦਾ ਆਪਣੇ ਪਿਓ ਨੂੰ, ਅੱਜ ਹੀ ਪੰਜਾਬ ਦੀ ਯਾਦ ਕਿਉਂ ਆਈ? 7 ਸਾਲ 7 ਸਾਲ ਹੋ ਗਏ, 8 ਸਾਲ 8 ਸਾਲਾਂ ਦੇ ਵਿੱਚ ਜਾਂ ਵਿੱਚ 13 ਸਾਲ ਮਿਲਾ ਕੇ ਅੱਜ ਹੀ ਪੰਜਾਬ ਦੀ ਯਾਦ ਕਿਉਂ ਆਈ ਹੈ? ਅੱਜ ਹੀ ਪੰਜਾਬ, ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕਿਉਂ ਆਈ ਹੈ? ਅੱਜ ਹੀ ਪੰਜਾਬ ਦਾ ਫਿਕਰ ਕਿਉਂ ਹੋਇਆ? ਅੱਜ ਹੀ ਐਸੀ ਕਿਹੜੀ ਗੱਲ ਹੋ ਗਈ ਕਿ ਤੁਹਾਨੂੰ ਸਾਰਾ ਦਾ ਸਾਰਾ ਪੰਜਾਬ ਦੇਖਣ ਲੱਗ ਗਿਆ? ਮੈਨੂੰ ਪਤਾ ਹੈ, ਇੱਥੇ ਆ ਗਈਆਂ ਹੁਣ ਇਲੈਕਸ਼ਨਾਂ, ਇੱਥੇ ਆ ਗਈਆਂ ਹੁਣ ਵੋਟਾਂ, ਤੇ ਹੁਣ ਇੱਥੇ ਰੱਜ ਕੇ ਜੁਮਲੇ ਚੱਲਣਗੇ। ਜੁਮਲੇ ਸਮਝਦੇ ਨਾ? ਇਹ ਮੈਂ ਨਹੀਂ ਕਹਿ ਰਿਹਾ, ਤੁਹਾਡੇ ਹੋਮ ਮਿਨਿਸਟਰ ਸਾਹਿਬ ਕਹਿ ਰਹੇ ਔਰ ਇੰਟਰਵਿਊ 'ਚ ਕਹਿ ਰਹੇ ਹੈ ਕਿ ਤੁਮ ਜੁਮਲੋਂ ਕੋ ਸਮਝਦੇ ਨਹੀਂ। ਹੁਣ ਇੱਥੇ ਕਿੰਨੇ ਕੁ ਜੁਮਲੇ ਚੱਲਣੇ ਨੇ, ਕਿੰਨਾ ਕੁ ਇੱਥੇ ਝੂਠ ਬੋਲਿਆ ਜਾਣਾ ਹੈ, ਇਹ ਰੱਬ ਜਾਣਦਾ। ਲੇਕਿਨ ਪੰਜਾਬ ਦਾ ਜੇ ਵਾਕਈ ਉਹ ਸਵਾਰਨ ਆ ਰਹੇ ਨੇ, ਉਹ ਕਹਿੰਦਾ ਨਾਈਆ ਬਾਲ ਕਿੱਡੇ ਕਿੱਡੇ, ਕਹਿੰਦਾ ਜਜਮਾਨਾ ਸਾਹਮਣੇ ਆ ਜਾਣੇ। ਇੱਕ ਤਾਂ ਇਹ ਸਵਾਲ ਸੀ ਤੁਹਾਡਾ, ਔਰ ਦੂਜਾ ਸਵਾਲ ਕਿਹੜਾ ਸੀ? ਕਿਸਾਨ ਅੰਦੋਲਨ ਦਾ ਕਿੰਨਾ ਕੁ ਅਸਰ ਪਊਗਾ ਜੀ ਇਲੈਕਸ਼ਨਾਂ? ਹਾਂਜੀ, ਕਿਸਾਨ ਅੰਦੋਲਨ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਰੱਬ ਦਾ ਚਲਾਇਆ ਹੋਇਆ ਅੰਦੋਲਨ ਹੈ, ਗੁਰੂ ਘਰ ਦਾ ਚਲਾਇਆ ਅੰਦੋਲਨ ਹੈ, ਸ਼ਹੀਦਾਂ ਨੇ ਪਹਿਰਾ ਦਿੱਤਾ ਅੰਦੋਲਨ 'ਤੇ। ਇਸ ਅੰਦੋਲਨ ਨੂੰ ਨਾ ਤਾਂ ਜਥੇਬੰਦੀਆਂ ਨੇ ਚਲਾਇਆ, ਨਾ ਲੀਡਰਾਂ ਨੇ ਚਲਾਇਆ। ਇਸ ਜਥੇਬੰਦੀ ਨੂੰ ਰੱਬ ਨੇ, ਆਪਣੇ ਇਸ ਅੰਦੋਲਨ ਨੂੰ ਰੱਬ ਨੇ ਹੱਥ ਦੇ ਕੇ ਔਰ ਡਿਊਟੀ ਲਾ ਕੇ ਦੇਵੀ ਦੇਵਤਿਆਂ ਦੀ, ਸ਼ਹੀਦਾਂ ਦੀ ਅਤੇ ਗੁਰੂਆਂ ਦੀ, ਪੀਰਾਂ ਦੀ, ਇਹ ਕਿਹਾ ਵੀ ਇਸ ਅੰਦੋਲਨ ਨੂੰ ਲੋਕ ਪੰਜਾਬ ਦੇ ਚਲਾਉਣਗੇ ਅਤੇ ਇਹਨੂੰ ਆਬਾਦ ਕਰਨਗੇ। ਉਹ ਕੌਣ ਸੀ? ਸਾਡੇ ਬਜ਼ੁਰਗ, ਸਾਡੀਆਂ ਬਜ਼ੁਰਗਣੀਆਂ, ਸਾਡੀਆਂ ਮਾਵਾਂ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਨੌਜਵਾਨ, ਸਾਡੀਆਂ ਬੱਚੀਆਂ ਇਹਨਾਂ ਵਰਗੀਆਂ, ਛੋਟੇ ਛੋਟੀਆਂ ਬੱਚੀਆਂ, ਛੋਟੇ ਛੋਟੇ ਬੱਚੇ, ਜਜ਼ਬਾ। ਮੇਰੇ ਵਰਗੇ ਗਰੀਬਾਂ ਨੇ ਵੀ ਮਾੜਾ ਮੋਟਾ ਸਾਥ ਦੇਤਾ। ਉਹ ਜਿਹੜਾ ਅੰਦੋਲਨ ਸੀ, ਉਹ ਖੁਦਾ ਦਾ ਬਣਾਇਆ ਸੀ, ਉਹ ਇੱਥੇ ਹੀ ਮੁੱਕਣਾ ਸੀ। ਅਤੇ ਮੈਂ ਬਾਰ-ਬਾਰ ਸ਼ਾਇਦ ਤੁਹਾਡੀ ਯਾਦ ਹੋਵੇ ਗੱਲ ਕਹੀ ਸੀ, ਦੇਰ ਹੋ ਸਕਦੀ ਹੈ ਪਰ ਜਿਹੜੀ ਚੀਜ਼ ਨੂੰ ਰੱਬ ਚਲਾਵੇ, ਉਹਦੀ ਬੰਦੇ ਦੀ ਜ਼ਰੂਰਤ ਨਹੀਂ ਕਿ ਉਹਨੂੰ ਖੋਹ ਕੇ ਲੈ ਜਾਵੇ। ਸੋ ਮੈਂ ਸਮਝਦਾ ਕਿ ਇਸ ਅੰਦੋਲਨ ਦਾ ਇੱਕੋ ਹੀ ਅਸਰ ਹੋਇਆ ਕਿ ਜਿਸ ਪੰਜਾਬੀ ਲੋਕਾਂ ਨੂੰ ਕਹਿੰਦੇ ਸੀ ਨਸ਼ੇੜੀ ਨੇ, ਇਹ ਇਹਨਾਂ ਦੇ ਪੱਲੇ ਕੁਛ ਨਹੀਂ, ਇਹ ਤਾਂ ਮੁੱਕ ਗਿਆ ਪੰਜਾਬ, ਇਹੀ ਲੋਕ ਕਹਿੰਦੇ ਸੀ। ਔਰ ਪੰਜਾਬੀਆਂ ਨੇ, ਮੁੰਡਿਆਂ ਨੇ ਦਿਖਾਤਾ ਕਿ ਅਸੀਂ ਨਸ਼ੇੜੀ ਨਹੀਂ। ਅੱਜ ਵੀ ਘੁਸੁੰਨ ਮਾਰੀਏ ਤਾਂ ਅੰਬਰ ਫਟ ਜਾਂਦਾ। ਅੱਜ ਵੀ ਉਹ ਭਾਈਚਾਰਾ ਜਿਹੜਾ ਹਰਿਆਣੇ ਨਾਲ ਟੁੱਟਿਆ ਸੀ, ਉਹ ਜ਼ਰੂਰਤ ਪਹਿਲਾਂ ਤੋਂ ਜ਼ਿਆਦਾ ਜੁੜ ਗਿਆ। ਉਹ ਯੂਪੀ ਦੇ ਲੋਕ ਜਿਹੜੇ ਸਾਥੋਂ ਅਲੱਗ ਕੀਤੇ ਹੋਏ ਸੀ ਧਰਮਾਂ ਦੇ ਨਾਮ 'ਤੇ, ਵਰਗ ਦੇ ਨਾਮ 'ਤੇ, ਉਹ ਇਕੱਠੇ ਹੋ ਗਏ। ਮੈਂ ਸਮਝਦਾ ਇਸ ਅੰਦੋਲਨ ਨੇ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ, ਜਿਹਨੂੰ ਆਪਾਂ ਕਹਿੰਦੇ ਰੈਵਿਊਲੇਸ਼ਨ। ਔਰ ਇਹ ਕ੍ਰਾਂਤੀ ਜੇ ਚੰਗੀ ਤਰ੍ਹਾਂ ਸੰਭਾਲੀ ਨਾ ਗਈ, ਇਹ ਇਹੋ ਜਿਹੀ ਕ੍ਰਾਂਤੀ ਫਟੇਗੀ ਜਿਹੜੀ 1947 'ਚ ਵੀ ਨਹੀਂ ਹੋਇਆ, ਉਹ ਹੁਣ ਹੋ ਕੇ ਰਹੂਗਾ। ਕਿਉਂਕਿ ਤੁਸੀਂ ਦੇਸ਼ ਨੂੰ, ਇੱਕ ਅੰਗਰੇਜ਼ੀ ਦੀ ਕਹਾਵਤ ਨੂੰ ਟਰਾਂਸਲੇਟ ਕਰਦਾ ਕਿ ਜੇ ਤੁਹਾਡੇ ਦੇਸ਼ ਦੇ ਰਹਿਨੁਮਾ, ਤੁਹਾਡੇ ਦੇਸ਼ ਦੇ ਲੀਡਰ ਧਰਮ ਦੇ ਨਾਮ 'ਤੇ ਸਿਆਸਤ ਕਰ ਰਹੇ ਹੈ, ਤਾਂ ਸਮਝ ਲਓ ਤੁਹਾਡਾ ਦੇਸ਼ ਬੜੇ ਗਲਤ ਬੰਦਿਆਂ ਦੇ ਹੱਥ 'ਚ ਹੈ। ਜੇ ਤੁਹਾਡੇ ਦੇਸ਼ ਦੇ ਲੀਡਰ, ਤੁਹਾਡੇ ਰਹਿਨੁਮਾ ਧਰਮ ਨੂੰ ਜੋੜਨ ਦੀ ਗੱਲ ਕਰਦੇ ਆ, ਇਕੱਠੇ ਕਰਨ ਦੀ ਗੱਲ ਕਰਦੇ ਆ, ਤਾਂ ਸਮਝ ਲਓ ਤੁਹਾਡਾ ਦੇਸ਼ ਤਰੱਕੀ ਕਰ ਰਿਹਾ। ਇਹੀ ਵਜ੍ਹਾ ਐਗਜ਼ਾਮਪਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹੈ ਕਿ 40 ਸਾਲ 18% ਸਿੱਖ ਸੀਗੇ ਜਿਨ੍ਹਾਂ ਨੇ ਰਾਜ ਕੀਤਾ। ਕਦੇ ਮੌਤ ਦੀ ਸਜ਼ਾ ਨਹੀਂ ਕਿਸੇ ਨੂੰ ਮਿਲੀ, ਕਦੇ ਭੁੱਖਮਰੀ ਨਹੀਂ ਹੋਈ, ਕਦੇ ਕਿਸੇ ਧੀ ਭੈਣ ਨੂੰ ਛੇੜਿਆ ਨਹੀਂ ਗਿਆ, ਕਦੇ ਕਿਸੇ ਵਰਗ ਦੇ ਲੋਕਾਂ ਨੂੰ ਤੰਗ ਨਹੀਂ ਕੀਤਾ ਗਿਆ, ਕਦੇ ਉੱਥੇ ਭੁੱਖਮਰੀ ਜਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਇੱਕ ਤਿਨਕਾ ਚੁੱਗਣ ਵਾਲਾ ਗਰੀਬ, ਉਹ ਵੀ ਅਮੀਰ ਸੀ, ਅਤੇ ਜਿਹੜਾ ਅਮੀਰ ਸੀ ਸਾਰੇ ਇੱਕ ਬਰਾਬਰ ਸੀ। ਸੋ ਮੈਂ ਸਮਝਦਾ ਕਿ ਹੁਣ ਲੋਕਾਂ ਨੂੰ ਸਮਝ ਜਾਣਾ ਚਾਹੀਦਾ, ਵੋਟ ਕੈਂਡੀਡੇਟ ਨੂੰ ਪਾਇਓ, ਉਹਦਾ ਪਿਛੋਕੜ ਦੇਖ ਕੇ ਪਾਇਓ। ਅਤੇ ਤੁਹਾਨੂੰ ਫੇਰ ਕਹਿਣਾ ਗੱਜਵੀਂ ਆਵਾਜ਼ 'ਚ, ਠੋਕਵੀਂ ਆਵਾਜ਼ 'ਚ ਕਿ ਨਵਜੋਤ ਸਿੰਘ ਸਿੱਧੂ ਤੁਹਾਨੂੰ ਰੱਬ ਨੇ ਭੇਜਿਆ। ਜੇ ਤੁਸੀਂ ਉਹਨੂੰ ਨਾ ਸੰਭਾਲਿਆ ਤੇ ਕੱਲ੍ਹ ਨੂੰ ਜੇ ਰੋਵੋਗੇ ਪਿੱਟੋਗੇ ਤਾਂ ਤੁਹਾਡਾ ਆਪਣਾ ਕਸੂਰ ਹੋਊਗਾ, ਹੋਰ ਕਿਸੇ ਦਾ ਨਹੀਂ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਯੋਗਰਾਜ ਸਿੰਘ, ਜਿਨ੍ਹਾਂ ਨੇ ਇੱਕ ਇੱਕ ਗੱਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਕਿ ਰਹਿਬਰ ਕੀ ਹੁੰਦਾ।
ਦੇਸ਼ ਤਰੱਕੀ ਕਿਵੇਂ ਕਰਦਾ, ਸਰਕਾਰਾਂ ਕਿਵੇਂ ਦੇਸ਼ ਨੂੰ ਚਲਾਉਂਦੀਆਂ ਨੇ, ਕਿਸਾਨ ਕੀ ਨੇ ਤੇ ਉਹਨਾਂ ਦਾ ਅੰਦੋਲਨ ਕੀ ਸੀ, ਕੈਪਟਨ ਸਹੀ ਨਹੀਂ ਕੰਮ ਕਰਦਾ ਤਾਂ ਉਹਨੂੰ ਬਦਲਿਆ ਕਿਵੇਂ ਜਾਂਦਾ, ਜੇਕਰ ਕੋਈ ਚੱਜ ਦਾ ਬੰਦਾ ਜਾਂ ਕਰ ਕੋਈ ਰੱਬ ਦਾ ਭੇਜਿਆ ਰਹਿਬਰ ਜੇਕਰ ਤੁਹਾਡੀ ਨੁਮਾਇੰਦਗੀ ਕਰਨਾ ਚਾਹੁੰਦਾ ਤਾਂ ਉਸ ਨੂੰ ਕਿਵੇਂ ਸੰਭਾਲ ਕੇ ਰੱਖੋ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ, ਲੇਕਿਨ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਵੋਟ ਪਾਉਣੀ ਆ ਤਾਂ ਕਰੈਕਟਰ ਦੇਖ ਕੇ, ਬੰਦੇ ਦਾ ਪਿਛੋਕੜ ਦੇਖ ਕੇ, ਕੈਂਡੀਡੇਟ ਦੇਖ ਕੇ ਪਾਓ, ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸੋ ਤੁਹਾਨੂੰ ਇਹ ਇੰਟਰਵਿਊ ਕਿੱਦਾਂ ਦੀ ਲੱਗੀ? ਯੁਵਰਾਜ ਸਿੰਘ ਦੇ ਜੋ ਵਿਚਾਰ ਨੇ ਤੁਸੀਂ ਉਹਨਾਂ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ, ਕੀ ਕਹਿਣਾ ਚਾਹੁੰਦੇ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ। ਹਰਪ੍ਰੀਤ ਸਿੰਘ ਜੱਸੋਵਾਲ, ਪੰਜਾਬ ਕੇਸਰੀ ਜਗਬਾਣੀ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।